PTC ਨੈਟਵਰਕ ਦੇ ਮੁੱਦਾ ਦੇ ਅੱਜ ਦੇ ਐਪੀਸੋਡ ਦੇ ਵਿੱਚ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਜਦੋਂ ਅਸੀਂ ਕਵਿਤਾ ਦੀ ਗੱਲ ਕਰਦੇ ਹਾਂ, ਪੰਜਾਬੀ ਕਵਿਤਾ ਦੀ ਗੱਲ ਕਰਦੇ ਹਾਂ, ਤੇ ਆਮ ਤੌਰ ਤੇ ਸਵਾਲ ਇਹ ਰਹਿੰਦਾ ਹੈ ਕਿ ਪੰਜਾਬੀ ਕਵਿਤਾ ਖਾਸ ਤੌਰ ਤੇ ਤਤਕਾਲੀ ਕਵਿਤਾ ਜਿਹੜੀ ਹੈ ਉਹ ਸਮਾਜਿਕ ਮਸਲੇ ਜਾਂ ਲੋਕਾਂ ਦੇ ਹਾਲਾਤ ਨੂੰ ਐਡਰੈਸ ਕਰਨ ਦੇ ਵਿੱਚ ਕਿਉਂ ਜੇ ਫੇਲ ਨਹੀਂ ਹੈ ਤਾਂ ਢਿੱਲੀ ਹੈ। ਤੇ ਅੱਜ ਉਹ ਸਵਾਲ ਮੈਂ ਸ਼ਾਇਦ ਸਿੱਧਿਆ ਨਹੀਂ ਸਾਡੇ ਨਾਲ ਮੌਜੂਦ ਮਹਿਮਾਨ ਤੋਂ ਪੁੱਛਦਾ, ਕਿਉਂਕਿ ਉਹਨਾਂ ਨੇ ਸਮਾਜਿਕ ਮਸਲੇ ਚੱਕੇ ਨੇ ਆਪਣੀ ਕਵਿਤਾ ਦੇ ਵਿੱਚ। ਨਾ ਸਿਰਫ ਚੱਕੇ ਨੇ ਬਲਕਿ ਪੰਜਾਬ ਦੇ ਉਸ ਦੌਰ ਦੇ ਵਿੱਚ ਉਹਨਾਂ ਨੇ ਲੜਾਈਆਂ ਵੀ ਲੜੀਆਂ ਨੇ, ਜਦੋਂ ਜਿਹਨੂੰ ਅਸੀਂ ਨਕਸਲਵਾੜੀ ਲਹਿਰ ਦਾ ਦੌਰ ਕਹਿ ਕੇ ਇੱਕ ਪਾਸੇ ਰੱਖ ਦਿੱਤਾ ਹੋਇਆ। ਸੋ ਰਵਿੰਦਰ ਸਹਿਰਾਜ ਜੀ ਸਾਡੇ ਵਿਚਕਾਰ ਮੌਜੂਦ ਨੇ, ਜਿਨ੍ਹਾਂ ਨੇ ਅੱਜ ਵਕਤ ਕੱਢਿਆ ਹੈ ਨਾ ਸਿਰਫ ਆਪਣੀ ਲੇਖਣੀ ਬਲਕਿ ਮੌਜੂਦਾ ਪੰਜਾਬੀ ਕਵਿਤਾ ਦੇ ਬਾਰੇ ਗੱਲ ਕਰਨ ਵਾਸਤੇ। ਰਵਿੰਦਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਲੰਬੇ ਟੂਰ 'ਤੇ ਇੰਡੀਆ ਨਿਕਲਣਾ ਤੇ ਮੇਰੇ ਜੋਗਾ ਸਮਾਂ ਕੱਢਿਆ ਇੱਕਦਮ ਪਹਿਲਾਂ। ਦਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਤੇ PTC ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਵਕਤ ਦਿੱਤਾ। ਜੋ ਮੋਸਟ ਵੈਲਕਮ ਭਾਜੀ। ਔਰ ਨਾਲ ਹੀ ਸੁਰਿੰਦਰ ਸੋਲ, ਰਵਿੰਦਰ ਜੀ ਪੈਂਸਲਵੇਨੀਆ ਤੋਂ ਆਏ ਨੇ, ਸੁਰਿੰਦਰ ਸੋਲ ਸਾਹਿਬ ਨਿਊਯਾਰਕ ਤੋਂ ਮੌਜੂਦ ਨੇ। ਸਮਾਜਿਕ ਕੰਸਰਨ ਇਹਨਾਂ ਦੀ ਕਵਿਤਾ 'ਚ ਵੀ ਮੌਜੂਦ ਨੇ ਔਰ ਨਾਲ ਦੀ ਨਾਲ ਚੰਗੇ ਖਾਸੇ ਆਲੋਚਕ ਵੀ ਨੇ। ਨਵਾਂ ਨਾਵਲ ਵੀ ਇਹਨਾਂ ਦਾ ਆ ਰਿਹਾ ਜਿਹਦੇ ਬਾਰੇ ਅਸੀਂ ਛੇਤੀ ਗੱਲ ਕਰਾਂਗੇ। ਸੋਲ ਸਾਹਿਬ ਸ਼ੁਕਰੀਆ ਆਪਣਾ ਵਕਤ ਕੱਢਣ ਦੇ ਵਾਸਤੇ। ਰਵਿੰਦਰ ਭਾਜੀ, ਤੁਹਾਡੇ ਕੋਲੋਂ ਜਿਹੜਾ ਪਹਿਲਾ ਸਵਾਲ ਮੇਰੇ ਇੰਟਰੋਡਕਸ਼ਨ 'ਚ ਤੁਹਾਨੂੰ ਅੰਦਾਜ਼ਾ ਲੱਗ ਗਿਆ ਹੋਣਾ ਉਹਦਾ। ਆਮ ਤੌਰ 'ਤੇ ਇਹ ਕਿਸੇ ਸਿਆਣੇ ਬੰਦੇ ਨੇ ਕਿਸੇ ਵੇਲੇ ਕਿਹਾ ਸੀ, ਮੈਨੂੰ ਉਹਦਾ ਨਾਮ ਚੇਤੇ ਭੁੱਲ ਗਿਆ ਅੰਗਰੇਜ਼ੀ, ਜਦੋਂ ਕਿਹਾ ਗਿਆ ਸੀ ਕਿ ਸਮਾਜ ਦੇ ਜਿਹੜੇ ਬੁਰੇ ਹਾਲ ਹੋਏ ਇਸ ਲਈ ਹੈ ਕਿ ਲੋਕ ਸਿਆਸਤਦਾਨਾਂ ਨੂੰ ਸੁਣ ਰਹੇ ਨੇ, ਕਵੀਆਂ ਨੂੰ ਨਹੀਂ ਸੁਣ ਰਹੇ। ਤੇ ਪਰ ਕਵੀ ਵੀ ਕੀ ਸਮਾਜ ਦੀ ਸੁਣ ਰਹੇ ਨੇ, ਹਾਲਾਤ ਨੂੰ ਦੇਖ ਰਹੇ ਨੇ, ਸਮਝ ਰਹੇ ਨੇ ਕਿ ਮੈਂ ਕਿੱਥੇ ਖੜਾ ਹਾਂ ਤੇ ਸਮਾਜ ਕਿੱਥੇ ਖੜਾ ਤੇ ਮੈਂ ਉਹਦੇ ਨਾਲ ਤਾਲਮੇਲ ਬਣਾਵਾਂ ਦੀ ਗੱਲ ਕਰਾਂ। ਇਹ ਬਹੁਤ ਹੀ ਅਹਿਮ ਸਵਾਲ ਆਇਆ ਜੀ। ਇੱਥੇ ਸਵਾਲ ਆ ਜਾਂਦਾ ਰਾਬਤੇ ਦਾ। ਤੁਸੀਂ ਆਮ ਲੋਕਾਂ ਦੇ ਨਾਲ ਤੁਹਾਡੀ ਕਵਿਤਾ ਕਿੰਨਾ ਕੁ ਰਾਬਤਾ ਰੱਖਦੀ ਹੈ। ਸਿਆਸਤਦਾਨ ਤਾਂ ਕਦੀ ਵੀ ਸਾਹਿਤਕਾਰ ਦੀ ਨਹੀਂ ਸੁਣਨਗੇ, ਇਹ ਤਾਂ ਪੱਕੀ ਗੱਲ ਹੈਗੀ ਆ। ਬਹੁਤ ਕੋਈ ਵਿਰਲਾ ਵਾਂਝਾ ਹੋਏਗਾ ਜਿਹੜਾ ਸਾਹਿਤ ਵਿੱਚ ਵੀ ਯਕੀਨ ਰੱਖਦਾ ਹੋਵੇ ਤੇ ਸਿਆਸਤ 'ਚ ਵੀ ਆ ਜਾਵੇ ਤੇ ਸਿਆਸਤ ਵਿੱਚ ਵੀ ਆਵੇ। ਮਤਲਬ ਉਹ ਸਾਡੇ ਧੰਨ ਭਾਗ ਹੁੰਦੇ ਆ ਜਦੋਂ ਕੋਈ ਇਹੋ ਜਿਹਾ ਸ਼ਖਸ ਸਾਨੂੰ ਕੋਈ ਮਿਲ ਜਾਂਦਾ ਹੈ। ਪਰ ਇੱਥੇ ਜ਼ਿਆਦਾ ਜਿਹੜਾ ਕਸੂਰ ਹੈਗਾ ਮੈਂ ਉਹ ਸਾਹਿਤਕਾਰਾਂ ਦਾ ਮੰਨਦਾ। ਸਾਹਿਤਕਾਰ ਪਹਿਲੀ ਤਾਂ ਗੱਲ ਇਹ ਕਹਿੰਦੇ ਆ ਜੀ, ਦੇਖੋ ਅਸੀਂ ਪੰਜਾਬੀ ਦੀ ਸੇਵਾ ਕਰ ਰਹੇ ਹਾਂ, ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ। ਪਹਿਲਾਂ ਤੇ ਉੱਥੋਂ ਹੀ ਕੰਮ ਖਰਾਬ ਸ਼ੁਰੂ ਹੋ ਜਾਂਦਾ, ਅਸੀਂ ਸਰਾਸਰ ਝੂਠ ਬੋਲਣਾ ਸ਼ੁਰੂ ਕਰ ਦਿੰਦੇ ਨੇ। ਜਦੋਂ ਸੇਵਾ ਦਾ ਵਰਡ ਨਾਲ ਆ ਜਾਂਦਾ, ਸੇਵਾ ਨਹੀਂ ਕਰਦੇ ਹੈਗੇ, ਕੋਈ ਕੁਛ ਨਹੀਂ ਕਰਦੇ ਹੈਗੇ। ਈਵਨ ਜਿਹੜੇ ਗਾਇਕ ਵੀ ਹੈਗੇ ਨੇ, ਹੋਰ ਵੀ ਹੈਗੇ ਨੇ, 20-20 ਲੱਖ ਇੱਕ ਸ਼ੋਅ ਦਾ ਲੈਂਦੇ ਨੇ, ਕਹਿੰਦੇ ਨੇ ਅਸੀਂ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ। ਮਤਲਬ ਜਿਹੜਾ ਹੈਗਾ ਮਤਲਬ ਬਿਲਕੁਲ ਹੀ ਮਤਲਬ ਕਚਿਆਉਣ ਵਾਲੀ ਗੱਲ ਹੈਗੀ ਆ। ਤੇ ਇਹੋ ਜਿਹੀਆਂ ਸਪੈਸ਼ਲੀ ਉਦੋਂ ਜਦੋਂ ਆਪਦੇ ਬੱਚੇ ਉਹਨਾਂ ਸਕੂਲਾਂ 'ਚ ਪੜ੍ਹਦੇ, ਇੱਥੇ ਪੰਜਾਬੀ ਬੋਲਣੀ ਅਲਾਉਡ ਨਹੀਂ। ਹਾਂ। ਤੇ ਖਾਸ ਕਰਕੇ ਕਵੀ ਜਿਹੜੇ ਥੋੜੇ ਸੰਵੇਦਨਸ਼ੀਲ ਜ਼ਿਆਦਾ ਹੁੰਦੇ ਨੇ ਦੂਜੇ ਵਾਰਤਕ ਲਿਖਾਰੀਆਂ ਦੇ ਨਾਲੋਂ, ਜੇ ਉਹ ਵੀ ਇਹੋ ਜਿਹੀ ਗੱਲ ਕਹਿੰਦੇ ਨੇ ਤਾਂ ਇਹ ਹੋਰ ਵੀ ਮੰਦਭਾਗੀ ਗੱਲ ਹੈਗੀ ਆ। ਤੁਹਾਨੂੰ ਇਹ ਲੱਗਦਾ ਹੈ ਕਿ ਪੰਜਾਬ ਦਾ ਜਿਹੜਾ ਦੌਰ ਹੈ, ਨਕਸਲਵਾਦੀ ਮੂਵਮੈਂਟ ਸੀਗੀ, ਉਦੋਂ ਕਵਿਤਾ ਜਿਹੜੀ ਹੈ ਬਹੁਤ ਬਾਹਰਮੁਖੀ ਸੀਗੀ, ਬਹੁਤ ਲੋਕਾਂ ਦੇ ਕੰਸਰਨ ਵਾਲੀ ਸੀਗੀ, ਪਰ ਉਸ ਤੋਂ ਬਾਅਦ ਇੱਕ ਟ੍ਰਾਂਜੀਸ਼ਨ ਹੁੰਦੀ ਹੈ, ਖਾਲਿਸਤਾਨ ਦਾ ਦੌਰ ਆਉਂਦਾ ਹੈ, ਉਸ ਤੋਂ ਬਾਅਦ ਹੁਣ ਨਸ਼ੇ ਦੀ ਜਿਹੜੀ ਵਾਇਲੈਂਸ ਹੈ, ਇਸ ਪੂਰੇ ਸਮੇਂ ਦੌਰਾਨ ਜਿਹੜਾ ਸਾਹਿਤ ਹੈ, ਕਵਿਤਾ ਹੈ, ਬਹੁਤ ਵੱਡੇ ਪੱਧਰ 'ਤੇ ਅੰਤਰਮੁਖੀ ਜ਼ਿਆਦਾ ਆ ਆਸ਼ਕੀ ਦੀ ਹੋ ਰਹੀ ਹੈ, ਆਪਣੇ ਦਰਦ ਦੀ ਹੋ ਰਹੀ ਹੈ, ਆਪਣੇ ਡਿਪਰੈਸ਼ਨ ਦੀ ਗੱਲ ਹੋ ਰਹੀ ਹੈ, ਪਰ ਆਲੇ ਦੁਆਲੇ ਜੋ ਵਾਪਰ ਰਿਹਾ ਉਹਦੀ ਗੱਲ ਨਹੀਂ ਹੋ ਰਹੀ। ਇਸ ਸਵਾਲ ਵੱਲ ਮੈਂ ਆਉਣਾ, ਪਹਿਲਾਂ ਥੋੜਾ ਜਿਹਾ ਮੈਂ ਇੱਕ ਅੱਧੇ ਸੈਕਿੰਡ ਲਈ ਨਾ ਤੁਹਾਡਾ ਪਹਿਲਾ ਸਵਾਲ ਸੀ ਉਹਨੂੰ ਥੋੜਾ ਜਿਹਾ ਵਿਸਥਾਰ ਦੇਵਾਂ ਜੀ। ਸਿਆਸਤਦਾਨਾਂ ਤੇ ਸਾਹਿਤਕਾਰਾਂ ਵਿੱਚ ਫਰਕ ਇਹਨਾਂ ਹੁੰਦਾ ਕਿ ਸਿਆਸਤਦਾਨ ਜਿਹੜੇ ਹੁੰਦੇ ਨੇ ਉਹ ਮਤਲਬ ਲੋਕਾਂ ਨੂੰ ਵਰਤਦੇ ਨੇ। ਬਿਲਕੁਲ। ਜਿਹੜੇ ਸਾਹਿਤਕਾਰ ਨੇ ਉਹ ਕਹਿੰਦੇ ਤੇ ਇਹ ਨੇ ਅਸੀਂ ਲੋਕਾਂ ਵਾਸਤੇ ਲਿਖ ਰਹੇ ਹਾਂ, ਪਰ ਲੋਕਾਂ ਦੇ ਪੱਧਰ ਦਾ ਲਿਖਣਾ ਪੈਂਦਾ ਹੁੰਦਾ ਸਾਨੂੰ। ਜਿਵੇਂ ਪਾਬਲੋ ਨਰੀਦਾ ਇੱਕ ਵਾਰੀ ਕਹਿੰਦਾ ਮੈਂ ਆਪਣੇ ਖੇਤਾਂ ਵਿੱਚ ਗਿਆ, ਖਾਣਾ ਵਿੱਚ ਗਿਆ, ਜਿੱਥੇ ਸੋਨੇ ਦੀਆਂ ਖਾਣਾ ਕੰਮ ਕਰਦੇ ਸੀ, ਮਜ਼ਦੂਰਾਂ 'ਚ ਕਾਰਖਾਨਿਆਂ 'ਚ ਗਿਆ, ਤੇ ਉਹਨਾਂ ਨੂੰ ਕੋਈ ਭਾਸ਼ਾ ਨਹੀਂ ਸੀ ਆਉਂਦੀ, ਉਹਨਾਂ ਨੂੰ ਲਿਖਣਾ ਪੜ੍ਹਨਾ ਨਹੀਂ ਸੀ ਆਉਂਦਾ, ਪਰ ਮੈਨੂੰ ਕਹਿੰਦੇ ਸੀ ਮੈਨੂੰ ਕਵਿਤਾ ਸੁਣਾ। ਤੇ ਫਿਰ ਉੱਥੋਂ ਮੈਨੂੰ ਪਤਾ ਲੱਗਾ ਵੀ ਜੇ ਮੈਨੂੰ ਇਹ ਮੇਰੀ ਕਵਿਤਾ ਪਸੰਦ ਕਰਦੇ ਤਾਂ ਮੈਨੂੰ ਇਹਨਾਂ ਦੀ ਬੋਲੀ ਵਿੱਚ ਹੀ ਕਵਿਤਾ ਲਿਖਣੀ ਚਾਹੀਦੀ। ਮੇਰੀ ਬੋਲੀ ਇਹਨਾਂ ਦੀ ਪੋਸ਼ਾਕ ਵਰਗੀ ਹੋਣੀ ਚਾਹੀਦੀ, ਮੇਰੀ ਕਵਿਤਾ ਇਹਨਾਂ ਦੇ ਸੁਭਾਅ ਵਰਗੀ ਹੋਣੀ ਚਾਹੀਦੀ ਹੈ। ਫਿਰ ਹੀ ਮੇਰੀ ਕਵਿਤਾ ਇਹਨਾਂ ਨਾਲ ਰਾਬਤਾ ਕਾਇਮ ਕਰੇਗੀ ਜਾਂ ਸੰਚਾਰ ਕਰੇਗੀ, ਮਤਲਬ ਜਿਹੜਾ ਕਰ ਸਕਦੀ ਹੈ। ਬਿਲਕੁਲ ਸਹੀ। ਦੂਜੇ ਸਵਾਲ ਦੇ ਜਵਾਬ ਵੱਲ ਜਾਣ ਤੋਂ ਪਹਿਲਾਂ ਸੋਲ ਸਾਹਿਬ ਤੋਂ ਮੈਂ ਜ਼ਰੂਰ ਜਾਣਨਾ ਚਾਹੂੰਗਾ, ਜਿਹੜੀ ਗੱਲ ਇਸ ਵੇਲੇ ਰਵਿੰਦਰ ਭਾਜੀ ਕਹਿ ਰਹੇ ਨੇ, ਜਿੱਦਾਂ ਪਾਸ਼ ਦੇ ਕਵਿਤਾ ਦੇ ਸੰਗ੍ਰਹਿ ਦੇ ਇੰਟਰੋਡਕਸ਼ਨ 'ਚ ਮਨਮੋਹਨ ਸਿੰਘ ਹੋਰਾਂ ਨੇ ਲਿਖਿਆ ਹੈ ਕਿ ਮੈਨੂੰ ਕੋਈ ਆਜੜੀ ਕਹਿੰਦਾ ਆਓ ਤੁਹਾਨੂੰ ਅੱਜ ਪਾਸ਼ ਪੜ੍ਹਾਈਏ। ਸੋ ਉਹ ਜਿਹੜੀ ਆਮ ਇਨਸਾਨ ਦੀ ਭਾਸ਼ਾ ਦੀ ਗੱਲ, ਦਾਗਿਸਤਾਨ ਦੇ ਵਿੱਚ ਰਸੂਲ ਹਮਜ਼ਾ ਤੋਂ ਵੀ ਉੱਦਾਂ ਦੀ ਗੱਲ ਕਰਦਾ ਹੈ, ਉਹ ਕੰਸਰਨ ਕਿਉਂ ਘਟਿਆ ਆ? ਉਹ ਨਹੀਂ ਘਟਿਆ ਨਹੀਂ ਆਪਾਂ ਕਹਿ ਸਕਦੇ, ਕਿਉਂਕਿ ਜਿੱਦਾਂ ਸਮੇਂ ਦੇ ਨਾਲ ਹਰ ਚੀਜ਼ ਬਦਲਦੀ ਹੈ, ਇੱਦਾਂ ਹੀ ਕਵਿਤਾ ਦੇ ਵਿੱਚ ਵੀ ਕਈ ਤਰ੍ਹਾਂ ਦੇ ਦੌਰ ਚੱਲੇ। ਜਿੱਦਾਂ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਲੋਕਾਂ ਨੇ ਪ੍ਰਯੋਗਵਾਦੀ ਕਵਿਤਾ ਸ਼ੁਰੂ ਕਰ ਦਿੱਤੀ, ਬਿਲਕੁਲ, ਜਿਹੜੀ ਕਿ ਆਮ ਲੋਕਾਂ ਨਾਲ ਟੁੱਟ ਗਈ। ਪਰ ਜਿਸ ਤਰ੍ਹਾਂ ਹੁਣ ਜੇ ਸੰਦਰਭ ਚ ਰਵਿੰਦਰ ਸਹਿਰਾਜ ਨੂੰ ਆਪਾਂ ਦੇਖੀਏ ਤੇ ਇਹਦੀ ਕਵਿਤਾ ਜਿਹੜੀ ਆ ਉਹ ਬਿਲਕੁਲ ਆਮ ਲੋਕਾਂ ਦੇ ਨਾਲ ਜੁੜੀ ਹੋਈ ਹੈ।
ਉਹ ਕਵਿਤਾ ਜਿੱਦਾਂ ਪ੍ਰਯੋਗਵਾਦੀ ਕਵਿਤਾ ਦੇ ਵਿੱਚ ਸੰਚਾਰ ਦੀ ਬੜੀ ਪ੍ਰੋਬਲਮ ਹੈ, ਇਹਨਾਂ ਦੀ ਕਵਿਤਾ ਦੇ ਵਿੱਚ ਸੰਚਾਰ ਦੀ ਕੋਈ ਪ੍ਰੋਬਲਮ ਨਹੀਂ ਹੈ। ਗੱਲ ਕਰਦੇ ਨੇ ਸਿੱਧੀ ਉਹ ਗੱਲ ਪਾਠਕ ਤੱਕ ਪਹੁੰਚਦੀ ਹੈ ਔਰ ਇੰਨੇ ਸਾਦਾ। ਤੁਸੀਂ ਇੱਕ ਉਦਾਹਰਨ ਦੇ ਸਕਦੇ ਹੋ ਦੋਨੋਂ ਵੰਨਗੀਆਂ ਦੀ? ਮੈਂ ਉਹ ਤੁਹਾਨੂੰ ਦੱਸਣ ਲੱਗਾ ਵਾਂ ਕਿ ਪ੍ਰਯੋਗਵਾਦੀ ਕਵਿਤਾ ਦੇ ਵਿੱਚ ਕਿ ਨੀਲਾ ਘੋੜਾ ਹਵਾ 'ਚ ਉੱਡਿਆ, ਧਰਤੀ ਪਾਟੀ, ਉਹਦਾ ਕੋਈ ਅਰਥ ਨਿਕਲਦਾ ਨਹੀਂ ਆ। ਜੇ ਉਹਨੂੰ ਅਸਲ ਡੀਕੋਡ ਕਰਨਾ ਵੀ ਹੋਵੇ, ਜੇ ਸ਼ਾਇਰ ਦੇ ਦਿਮਾਗ ਦੇ ਵਿੱਚ ਉਹਦੇ ਅਰਥ ਵੀ ਹੋਣ ਤੇ ਇੱਕ ਸਧਾਰਨ ਪਾਠਕ ਲਈ ਉਹ ਡੀਕੋਡ ਕਰਨਾ ਔਖਾ, ਉਹ ਫੈਂਟੈਸਟਿਕਲ ਜਿਹਾ ਜ਼ਿਆਦਾ ਹੋ ਜਾਂਦਾ ਸ਼ਾਇਦ। ਤੇ ਰਵਿੰਦਰ ਸਹਿਰਾ ਦੀ ਹੁਣ ਜਿੱਦਾਂ ਪਿੰਡ ਨਾਲ ਗੱਲਬਾਤ ਕਵਿਤਾ ਹੈ, ਉਹ ਗੱਲਬਾਤ ਤਾਂ ਆਪਣੇ ਪਿੰਡ ਦੇ ਬੰਦੇ ਦੇ ਨਾਲ ਹੀ ਫੋਨ ਤੇ ਕਰ ਰਹੇ ਆ, ਲੇਕਿਨ ਉਹ ਜਦੋਂ ਆਪਾਂ ਗੱਲ ਦੀ ਹੌਲੀ ਹੌਲੀ ਗਹਿਰਾਈ 'ਚ ਜਾਂਦੇ ਆ ਤਾਂ ਉਹ ਕਵਿਤਾ ਪਿੰਡ ਤੋਂ ਗਲੋਬਲ ਪਿੰਡ ਤੱਕ ਕਦੋਂ ਪਹੁੰਚ ਜਾਂਦੀ ਆ ਸਾਨੂੰ ਪਤਾ ਹੀ ਨਹੀਂ ਲੱਗਦਾ। ਔਰ ਪਾਠਕ ਪੜਦਾ ਉਹਨੂੰ ਇਹ ਗਿਆਨ ਹੋ ਜਾਂਦਾ ਵੀ ਗੱਲ ਇੱਕ ਛੋਟੇ ਪਿੰਡ ਦੀ ਨਹੀਂ ਹੋ ਰਹੀ, ਅਸਲ 'ਚ ਜੋ ਕੁਝ ਗਲੋਬਲ ਪਿੰਡ ਦੇ ਵਿੱਚ ਜੋ ਵਿਸ਼ਵ ਦੇ ਵਿੱਚ ਵਾਪਰ ਰਿਹਾ ਹੈ, ਗੱਲ ਤਾਂ ਰਵਿੰਦਰ ਸਹਿਰਾ ਉਹਦੀ ਕਰ ਰਿਹਾ। ਤੇ ਕਰਜੇ ਕਰਕੇ ਗੁਆਂਢੀ ਦੇ ਸੁਸਾਈਡ ਦੀ ਵੀ ਫੋਨ ਕਾਲ 'ਚ ਗੱਲ ਆਈ ਹੈ ਤੇ ਉਹਦੇ ਨਾਲ ਜਿਹੜੀ ਗੱਲ ਹੈ ਕਿ ਉਹ ਪਾਠਕ ਦੇ ਵਿੱਚ ਸੰਚਾਰ ਹੋ ਜਾਂਦਾ। ਤੇ ਇਹ ਸੰਦਰਭ ਦੇ ਵਿੱਚ ਜਦੋਂ ਅਸੀਂ ਦੇਖਦੇ ਤਾਂ ਰਵਿੰਦਰ ਸਹਿਰਾ ਦੀ ਕਵਿਤਾ ਜਿਹੜੀ ਬੜੀ ਸਫਲ ਕਵਿਤਾ ਆ ਕਿ ਜੇ ਉਹ ਨਦੀ ਦੀ ਵੀ ਗੱਲ ਕਰਦਾ ਤਾਂ ਇੱਕਦਮ ਪਤਾ ਲੱਗ ਜਾਂਦਾ ਕਿ ਜ਼ਿੰਦਗੀ ਦੇ ਵਹਾਅ ਦੀ ਗੱਲ ਹੋ ਰਹੀ ਹੈ। ਉਹਦੇ ਵਿੱਚ ਉਹਨੂੰ ਡੀਕੋਡ ਕਰਨਾ ਔਖਾ ਨਹੀਂਗਾ, ਕਿਉਂਕਿ ਇਹਨਾਂ ਨੇ ਆਪਣੀ ਕਵਿਤਾ ਦੇ ਵਿੱਚ ਆਪਣੀ ਕੋਈ ਵਿਦਵਤਾ ਦਿਖਾਉਣ ਲਈ ਕਵਿਤਾ ਨਹੀਂ ਲਿਖੀ, ਇਹਨਾਂ ਨੇ ਕੋਈ ਗੱਲ ਕਹਿਣ ਲਈ ਕਵਿਤਾ ਲਿਖੀ। ਰਵਿੰਦਰ ਭਾਜੀ, ਜਿਹੜੀ ਰਵਿੰਦਰ ਸਹਿਰਾ, ਜਿੱਦਾਂ ਮੈਂ ਸ਼ੁਰੂ 'ਚ ਦੱਸਿਆ ਸੀ ਕਿ ਨਕਸਲਵਾੜੀ ਦੌਰ ਦੇ ਦੌਰਾਨ ਸਟੂਡੈਂਟ ਮੂਵਮੈਂਟ ਦੇ ਵਿੱਚੋਂ ਉੱਠੇ ਸੀ ਔਰ ਖੁਦ ਇਹਨਾਂ ਨੇ ਉਹ ਡਾਂਗ ਆਪਣੇ ਪਿੰਡੇ ਤੇ ਵੀ ਹੰਡਾਈ, ਜਿਹੜੀ ਹੋਰ ਬਹੁਤ ਸਾਰਿਆਂ ਨੇ ਹੰਡਾਈ ਸੀ, ਬੇਸ਼ੱਕ ਖਾਲਿਸਤਾਨੀ ਦੌਰ 'ਚ ਹੋਵੇ ਜਾਂ ਨਕਸਲਵਾੜੀ ਦੌਰ 'ਚ ਹੋਵੇ। ਸੋ ਰਵਿੰਦਰ ਭਾਜੀ, ਇਹ ਇੱਕ ਤਾਂ ਤਜਰਬੇ 'ਚੋਂ ਨਿਕਲੀ ਗੱਲ ਹੁੰਦੀ ਹੈ। ਜਿੱਦਾਂ ਚਰਨਦਾਸ ਸਿੱਧੂ ਹੋਰੀ ਦੱਸਿਆ ਕਰਦੇ ਸੀ ਕਿ ਉਹਨਾਂ ਨੇ, ਮਰਹੂਮ ਚਰਨਦਾਸ ਸਿੱਧੂ, ਕਿ ਉਹਨਾਂ ਨੇ ਮੋਢੇ ਝੋਲਾ ਟੰਗ ਕੇ ਮੋਚੀਆਂ ਦੇ ਝੀਰਾਂ ਦੇ ਪਰਿਵਾਰਾਂ 'ਚ ਜਾ ਕੇ ਉਹਨਾਂ ਦੀ ਬੋਲੀ ਇਕੱਠੀ ਕੀਤੀ ਆ, ਜਿੱਦਾਂ ਦਵਿੰਦਰ ਸਤਿਆਰਥੀ ਹੋਰਾਂ ਨੇ ਕੀਤੀ ਹੈ। ਸੋ ਉਹ ਤਜਰਬਾ ਕਿਆ ਜ਼ਰੂਰੀ ਹੈ ਜੇ ਕਵੀ ਦੀ ਸੰਵੇਦਨਾ ਘਰੇ ਬੈਠਿਆਂ ਜਾਂ ਆਮ ਜ਼ਿੰਦਗੀ 'ਚ ਵਿਚਰਦਿਆਂ ਉਹ ਕੰਸਰਨ ਵੱਲ ਜ਼ਿਆਦਾ ਨਹੀਂ ਜਾ ਸਕਦੀਆਂ ਕਿ ਜਦ ਤੱਕ ਡਾਂਗ ਨਹੀਂ ਪਈ ਤਦ ਤੱਕ ਦਰਦ ਦਾ ਪਤਾ ਨਹੀਂ ਲੱਗਣਾ? ਮੇਰੇ ਖਿਆਲ ਇਹ ਗੱਲ ਜ਼ਰੂਰੀ ਵੀ ਨਹੀਂ ਤੇ ਜ਼ਰੂਰੀ ਹੈ ਵੀ। ਜ਼ਰੂਰੀ ਇਸ ਕਰਕੇ ਨਹੀਂ ਕਿ ਜੇ ਤੁਸੀਂ ਆਪਣੇ ਜ਼ਰੂਰੀ ਨਹੀਂ ਪਈ ਤੁਸੀਂ ਪੁਲਿਸ ਦੀਆਂ ਡਾਂਗਾਂ ਖਾ ਕੇ ਹੀ ਕਵਿਤਾ ਲਿਖੋ, ਤੁਸੀਂ ਉੱਦਾਂ ਜਾਂ ਇਸ਼ਕ 'ਚ ਟੁੱਟ ਗਈ ਸਮਾਜਿਕ ਵਰਤਾਰੇ ਵਿੱਚ ਜੋ ਤੁਸੀਂ ਆਮ ਜ਼ਿੰਦਗੀ 'ਚ ਵੇਖਦੇ ਆ, ਬਿਨਾਂ ਵੀ ਪੁਲਿਸ ਦੀਆਂ ਡਾਂਗਾਂ ਖਾਧੇ ਤੋਂ, ਮਤਲਬ ਆਪਣੇ ਹਿੰਦੁਸਤਾਨ ਦੀ ਜਾਂ ਦੁਨੀਆ ਦੀ ਅੱਧੀ ਵਸੋਂ ਵੀਰ ਨੇ ਇੱਥੋਂ ਅਮਰੀਕਾ ਵਿੱਚ ਜਿੰਨੇ ਹੋਮਲੈਸ ਨੇ, ਜਿਹੜੇ ਹੈਗੇ 5-6 ਮਿਲੀਅਨ ਹੋਮਲੈਸ ਨੇ, ਉਹ ਵਿਚਾਰੇ ਗੱਤਿਆਂ ਦੇ ਘਰ ਬਣਾ ਕੇ ਰਾਤ ਨੂੰ ਸੌਂਦੇ ਨੇ, ਰੋਟੀ ਉਹਨਾਂ ਦੇ ਕੋਲ ਨਹੀਂ। ਤੇ ਮਤਲਬ ਉਹਨਾਂ ਨੂੰ ਤੁਸੀਂ ਆਪਣੀ ਕਵਿਤਾ ਵਿੱਚ ਚਿੱਤਰ ਸਕਦੇ ਹੋ, ਜਾਂ ਹੋਰ ਜਿਹੜੀਆਂ ਸਰਕਾਰੀ ਜਿਹੜੀਆਂ ਨੀਤੀਆਂ ਨੇ, ਦਮਨਕਾਰੀ ਨੀਤੀਆਂ ਨੇ, ਉਹਨਾਂ ਨੂੰ ਚਿੱਤਰ ਸਕਦੇ ਹਾਂ ਜ਼ਹਿਰ ਮਤਲਬ ਪੁਲਿਸ ਦੀਆਂ ਡਾਂਗਾਂ ਖਾਦਿਆਂ ਦੇ। ਪਰ ਜੇ ਤੁਹਾਡੇ ਕੋਲ ਉਹ ਤਜਰਬਾ ਹੈਗਾ ਤੇ ਇਹ ਸੋਨੇ ਤੇ ਸੁਹਾਗਾ ਕਰਨ ਵਾਲੀ ਗੱਲ ਹੁੰਦੀ ਹੈਗੀ ਆ। ਉਸ ਦੌਰ ਦੀ ਜਿਹੜੀ ਤੁਸੀਂ ਗੱਲ ਕਰਦੇ ਹੈਗੇ ਆ, ਉਹਨਾਂ ਦਿਨਾਂ ਵਿੱਚ ਮਤਲਬ ਅਸੀਂ ਉਸ ਲਹਿਰ ਦੇ ਨਾਲ ਜੁੜੇ ਹੋਏ ਸੀਗੇ। ਜੁੜੇ ਹੋਣ ਦੇ ਕਰਕੇ ਸਾਨੂੰ ਅਸੀਂ ਉਹ ਸਾਰਾ ਤਜਰਬਾ ਜਿਹੜਾ ਆਪਣੇ ਹੱਡਾਂ ਤੇ ਹੰਡਾਇਆ ਹੋਇਆ, ਤੇ ਇਸ ਕਰਕੇ ਸਾਨੂੰ ਅਹਿਸਾਸ ਜ਼ਿਆਦਾ ਹੈਗਾ। ਮਤਲਬ ਉਹ ਹੁਣ ਜਿਹੜਾ ਬੰਦਾ ਕੋਈ ਕੈਨੇਡਾ 'ਚ ਬੈਠਾ, ਇੱਥੇ ਘਰ ਬੈਠਾ ਜਾਂ ਦਿੱਲੀ 'ਚ ਬੈਠਾ, ਆਪਣੇ ਘਰ 'ਚ ਬੈਠਾ, ਕੋਠੀ 'ਚ ਬੈਠਾ, ਉਹ ਅਹਿਸਾਸ ਨਹੀਂ ਹੰਡਾ ਸਕਦਾ। ਹਾਲਾਂਕਿ ਉਹ ਕਵਿਤਾ ਨੂੰ ਮਤਲਬ ਕਾਵਿਕਤਾ ਦੇ ਤੌਰ ਤੇ ਜਾਂ ਸਹਿਜਤਾ ਦੇ ਤੌਰ ਤੇ ਜਾਂ ਉਹਦੀ ਮਤਲਬ ਉਹਨੂੰ ਸ਼ਿੰਗਾਰਨ ਦੇ ਤੌਰ ਤੇ ਤਾਂ ਵਧੀਆ ਕਵਿਤਾ ਲਿਖ ਸਕਦਾ ਹੈਗਾ, ਪਰ ਉਹ 'ਚ ਅਹਿਸਾਸ ਨਹੀਂ ਹੋਏਗਾ। ਪਰ ਕਵਿਤਾ ਵਿੱਚ ਮੈਂ ਕਹਿੰਦਾ ਵੀ ਇਕੱਲਾ ਅਹਿਸਾਸ ਵੀ ਹੋਣਾ ਜ਼ਰੂਰੀ ਨਹੀਂ, ਉਹਦੇ ਵਿੱਚ ਕਾਵਿਕਤਾ ਵੀ ਹੋਣੀ ਚਾਹੀਦੀ ਹੈ, ਉਹਦੇ ਵਿੱਚ ਸਹਿਜਤਾ ਵੀ ਹੋਣੀ ਚਾਹੀਦੀ ਹੈ, ਉਹਦੇ ਵਿੱਚ ਵਿਚਾਰ ਜਿਹੜਾ ਹੈਗਾ ਬਹੁਤ ਜ਼ਰੂਰੀ ਹੈਗਾ। ਡਾਕਟਰ ਜਗਤਾਰ ਕਹਿੰਦੇ ਹੁੰਦੇ ਸੀਗੇ ਵੀ ਜਿਹੜੀ ਥਾਟਲੈਸ ਕਵਿਤਾ ਹੈਗੀ ਹੈ ਨਾ, ਉਹ ਬੇਕਾਰ ਆ। ਤੁਸੀਂ ਆਰਟ ਫॉर ਦਾ ਸੇਕ ਆਫ ਆਰਟ ਨਹੀਂ ਚਾਹੀਦਾ। ਹਾਂ, ਤੁਸੀਂ ਜ਼ਿਕਰ ਦੀ ਸ਼ਾਇਰੀ ਨਾ ਕਰੋ, ਫਿਕਰ ਦੀ ਸ਼ਾਇਰੀ ਕਰੋ। ਇਹ ਲਫ਼ਜ਼ ਹੁੰਦਾ ਸੀਗਾ। ਜ਼ਿਕਰ ਚਾਉਣ ਲਈ ਸ਼ਾਇਰੀ ਜਿਹੜੀ ਕਰਨੀ ਹੈਗੀ ਆ, ਉਹ ਮਤਲਬ ਉਹ ਬੜੀ ਥੋੜ੍ਹ ਚਿਰੀ ਹੁੰਦੀ ਹੈ। ਹੁਣ ਡਾਕਟਰ ਜਗਤਾਰ ਦੀਆਂ ਕਵਿਤਾਵਾਂ, ਪਾਸ਼ ਦੀਆਂ ਕਵਿਤਾਵਾਂ, ਲਾਲ ਸਿੰਘ ਦਿਲ ਦੀਆਂ ਕਵਿਤਾਵਾਂ ਜਿਹੜੀਆਂ ਹੈਗੀਆਂ, ਉਹ ਸਾਰੀਆਂ ਫਿਕਰ ਦੀਆਂ ਕਵਿਤਾਵਾਂ ਨੇ, ਔਰ ਉਹਨਾਂ ਨੂੰ ਹੁਣ ਲੋਕੀ ਯਾਦ ਕਰਦੇ ਨੇ ਹੁਣ ਵੀ। ਇੱਕ ਛੋਟੇ ਜਿਹੇ ਵਕਫੇ ਦੇ ਲਈ ਰੁਕਦੇ ਹਾਂ। ਜ਼ਿਕਰ ਤੇ ਫਿਕਰ ਦੀ ਕਵਿਤਾ ਦੇ ਨਾਲ ਇੱਕ ਕੰਸਰਨ ਕਵੀ ਦੀ ਆਪਣੀ ਹੋਂਦ ਦਾ, ਉਹਦੇ ਇਕਨੋਮਿਕ ਕੰਸਰਨ ਵੀ ਹੁੰਦੇ ਨੇ ਕਿ ਉਹ ਮਜਬੂਰ ਕਰਦੇ ਨੇ ਕਵਿਤਾ ਨੂੰ ਇੱਕ ਵੱਖਰਾ ਮੋੜ ਲੈਣ ਦੇ ਲਈ। ਇਹਦੇ ਬਾਰੇ ਗੱਲ ਕਰਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। ਬ੍ਰੇਕ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਫੇਰ ਜਾਰੀ ਹੈ। ਰਵਿੰਦਰ ਸਹਿਰਾ ਜੀ ਸਾਡੇ ਨਾਲ ਮੌਜੂਦ ਨੇ, ਸੁਰਿੰਦਰ ਸੋਲ ਮੌਜੂਦ ਨੇ। ਸੁਰਿੰਦਰ ਭਾਈ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਹਾਂ, ਬਹੁਤ ਸਾਰੇ ਚੰਗੇ ਲੇਖਕ ਜਿਹੜੇ ਆ ਉਹ ਇੰਡੀਆ 'ਚੋਂ ਉੱਠ ਕੇ ਜ਼ਰੂਰਤ ਖਾਤਰ ਜਾਂ ਮਜਬੂਰੀ ਖਾਤਰ ਅਮਰੀਕਾ, ਕੈਨੇਡਾ, ਹੋਰ ਮੁਲਕਾਂ 'ਚ ਵਸੇ ਨੇ ਤਾਂ ਕਿ ਰੋਜ਼ੀ ਰੋਟੀ ਸਹੀ ਕਮਾ ਲੈਣ। ਉੱਥੇ ਬਹਿ ਕੇ ਵੀ ਰੋਜ਼ੀ ਰੋਟੀ ਲਈ ਕਵਿਤਾ ਨਹੀਂ ਹੈ,
ਕੋਈ ਕੈਬ ਚਲਾ ਰਿਹਾ, ਕੋਈ ਸਟੋਰ ਚਲਾ ਰਿਹਾ, ਕੋਈ ਨੌਕਰੀ ਕਰ ਰਿਹਾ ਆ। ਸੋ ਉਹ ਜਿਹੜਾ ਕੰਸਰਨ ਹੈ, ਜਿਹੜਾ ਢਿੱਡ ਭਰਨ ਦਾ ਕੰਸਰਨ ਹੈ, ਜਿਹੜਾ ਇਕਨੋਮਿਕ ਕੰਸਰਨ ਹੈ, ਉਹ ਕੀ ਕਵਿਤਾ ਨੂੰ ਵੱਖਰੀ ਸ਼ਕਲ ਅਖਤਿਆਰ ਕਰਨ ਨੂੰ ਮਜਬੂਰ ਕਰ ਦਿੰਦਾ ਹੈ, ਜਾਂ ਕਿ ਉਹ ਕਵੀ ਨੂੰ ਮਜਬੂਰ ਕਰ ਦਿੰਦਾ ਹੈ ਕਿ ਨਹੀਂ ਯਾਰ ਪਹਿਲਾਂ ਰੋਟੀ ਕਮਾ ਲਾ ਫਿਰ ਦੇਖ ਲਾਂਗੇ ਲਿਖਣਾ ਕੀ ਹੈ? ਨਹੀਂ, ਇਹਦੇ ਨਾ ਦੋਵੇਂ ਪੱਖ ਵੈਸੇ ਤਾਂ ਹੈਗੇ ਆ, ਦੋਵੇਂ ਪੱਖਾਂ ਤੋਂ ਵੀ ਗੱਲ ਕੀਤੀ ਜਾ ਸਕਦੀ ਆ ਜੀ। ਲੇਕਿਨ ਮੈਂ ਇਹ ਸਮਝਦਾ ਵੀ ਜਦੋਂ ਬੰਦਾ ਅਜੇ ਆਪਾਂ ਆਮ ਤੌਰ ਤੇ ਆਪਣੇ ਦਿਮਾਗ 'ਚ ਆ ਵੀ ਇੰਡੀਆ ਦੇ ਵਿੱਚ ਕਈ ਵਾਰੀ ਕੰਮ ਨਾ ਕਰਕੇ ਵੀ ਸਰ ਜਾਂਦਾ, ਹਾਂ, ਪਰ ਬਾਹਰ ਕੰਮ ਕੀਤੇ ਤੋਂ ਬਗੈਰ ਨਹੀਂ ਸਰਦਾ। ਬਿਲਕੁਲ। ਉਹਦੇ ਨਾਲ ਇਹ ਹੁੰਦਾ ਹੈ ਕਿ ਰਾਈਟਰ ਦੇ ਕੋਲ ਨਾ ਇੱਕ ਬਹੁਤ ਗਹਿਰ ਗੰਭੀਰ ਇੱਕ ਨਾ ਅਨੁਭਵ ਜਿਹੜਾ ਉਹ ਹੋ ਜਾਂਦਾ। ਉਹਦੇ ਵਿੱਚੋਂ ਫਿਰ ਜਿਹੜੀ ਕਵਿਤਾ ਨਿਕਲਦੀ ਹੈ ਕਿ ਉਹਨੇ ਆਪਣੇ ਪਰਿਵਾਰ ਵੀ ਪਾਲਣਾ, ਕੰਮ ਵੀ ਕਰਨਾ, ਤੇ ਨਾਲ ਕਵਿਤਾ ਦੇ ਨਾਲ ਆਪਣਾ ਸਰੋਕਾਰ ਜਿਹੜਾ ਆ ਉਹ ਵੀ ਰੱਖਣਾ ਹੈ। ਉਲਟਾ ਫਾਇਦੇਮੰਦ ਹੋ ਸਕਦਾ, ਫਾਇਦੇਮੰਦ ਹੋ ਸਕਦਾ। ਔਰ ਇਹਦੇ ਵਿੱਚ ਸਗੋਂ ਮੈਨੂੰ ਲੱਗਦਾ ਕਿ ਜਿਹੜੇ ਬਾਹਰ ਬੰਦੇ ਬੈਠੇ ਆ ਉਹ ਉਹਨਾਂ ਦੀ ਕਵਿਤਾ ਦੇ ਵਿੱਚ ਗਹਿਰਾਈ ਇਸ ਕਰਕੇ ਵੀ ਹੈਗੀ ਆ ਕਿਉਂਕਿ ਉਹ ਦੋਵੇਂ ਚੀਜ਼ਾਂ ਨੂੰ ਹੰਢਾ ਰਹੇ ਆ, ਤਜਰਬਾ ਵੀ ਜ਼ਿਆਦਾ ਹੈ, ਤੇ ਕੰਮ ਕਰਕੇ ਵੀ ਫਿਰ ਕਵਿਤਾ ਨਾਲ ਜੁੜੇ ਰਹਿਣਾ। ਤੇ ਜਿੱਦਾਂ ਹੁਣ ਇਹਦਾ ਭਾਵਨਾ ਦੀ ਕਵਿਤਾ ਹੈ, ਕਿਤਾਬ ਦਾ ਨਾਂ ਹੀ ਆ ਕੁਝ ਨਾ ਕਹੋ। ਹੁਣ ਦੇਖਣ ਨੂੰ ਨਾ ਬੜਾ ਸਿੰਪਲ ਜਿਹਾ ਲੱਗਦਾ, ਸਧਾਰਨ ਲੱਗਦਾ, ਕੁਝ ਨਾ ਕਹੋ ਜੀ ਚੁੱਪ ਕਰ ਜਾਓ, ਲੇਕਿਨ ਇਹਦੇ ਪਿੱਛੇ ਜਿਹੜਾ ਇੱਕ ਅਨੁਭਵ ਹੈ, ਜਿਹੜਾ ਇੱਕ ਵਿਅੰਗ ਆ, ਜਿਹੜਾ ਇੱਕ ਤਨਜ਼ ਹੈ, ਇੱਕ ਸਟਾਇਰ ਹੈ, ਉਹ ਇੰਨਾ ਗਹਿਰ ਹੈ ਕਿ ਇਹਦੇ ਸੋ ਜੇ ਕੁਝ ਨਾ ਕਹੋ ਕਹਿੰਦੇ ਆ ਵੀ ਇਹ ਕਿੱਡੀ ਵੱਡੀ। ਅੰਬਰੀਸ਼ ਨੇ ਲਿਖਿਆ ਵੀ ਅੱਗੇ ਕਿ ਬਹੁਤ ਕੁਝ ਕਹਿੰਦੀ ਕਵਿਤਾ ਕੁਝ ਨਾ ਕਹੋ। ਹੁਣ ਉਹ ਜਿਹੜਾ ਬਹੁਤ ਕੁਝ ਕਹਿਣਾ ਹੈ ਨਾ, ਉਹਦੇ ਵਿੱਚ ਹੀ ਸਾਰੀ ਕੁਝ ਗੱਲ ਜਿਹੜੀ ਆ ਉਹ ਪਈ ਹੈ। ਇੱਕ ਕਵਿਤਾ ਜਿਹੜੀ ਮੇਰੇ ਦਿਮਾਗ 'ਚ ਸੀ ਸਵਾਲਾਂ ਦੇ ਕਰਕੇ ਆਈ ਹੋਈ, ਉਹਨੂੰ ਮੈਂ ਥੋੜਾ ਜਿਹਾ ਪੜ੍ਹ ਕੇ ਆਪਣੇ ਦਰਸ਼ਕਾਂ ਨੂੰ ਦੱਸ ਦਿੰਦਾ। ਵੈਸੇ ਰਵਿੰਦਰ ਭਾਜੀ ਪੜ੍ਹਨ ਜ਼ਿਆਦਾ ਅੱਛਾ ਹੈ। ਸਿਆਲ ਰਵਿੰਦਰ ਭਾਜੀ ਆਪਣੀ ਜ਼ੁਬਾਨੀ ਇੱਕ ਵਾਰ ਦੱਸ ਦਿਓ ਉਹ ਕੰਸਰਨ ਜਿਹੜਾ ਉਹ ਕਿਵੇਂ ਨਿਕਲਦਾ ਆ, ਤੇ ਅਸੀਂ ਉਹਨੂੰ ਕਿੱਦਾਂ ਦੇਖਦੇ ਹਾਂ। ਸ਼ਾਇਦ ਹੌਜ਼ਰੀ, ਜੇ ਇੰਡੀਆ ਦੀ ਗੱਲ ਕਰਦੇ ਹਾਂ ਤੇ ਹੌਜ਼ਰੀ ਦੀ ਪ੍ਰੋਡਕਸ਼ਨ ਘੱਟ ਵੱਧ ਹੋਣ ਦੀ ਖਬਰ ਆ ਜਾਂਦੀ ਹੈ, ਪਰ ਅਸਲ ਲੋੜਵੰਦ ਜਿਹੜਾ ਉਸ ਹੌਜ਼ਰੀ ਦਾ ਹੈ ਉਹਦੀ ਗੱਲ ਕਿੰਨੀ ਕੁ ਆਉਂਦੀ ਆ, ਉਹ ਇਸ ਕਵਿਤਾ 'ਚ ਜ਼ਾਹਰ ਹੈ। ਰਵਿੰਦਰ ਭਾਜੀ ਪਲੀਜ਼। ਹਾਂਜੀ, ਉਹ ਉਸੇ ਮਤਲਬ ਜਿਸ ਤਰ੍ਹਾਂ ਤੁਸੀਂ ਪਹਿਲਾ ਸਵਾਲ ਪੁੱਛਿਆ ਸੀ ਨਾ, ਜਿਹੜੇ ਅਹਿਸਾਸ ਜਿਹੜਾ ਹੈਗਾ, ਤੁਸੀਂ ਇਹ ਮਤਲਬ ਅਹਿਸਾਸ ਦੀ ਕਵਿਤਾ ਹੈਗੀ ਹੈ। ਤੁਸੀਂ ਇੱਥੇ ਰਹਿੰਦਿਆਂ ਹੋਇਆਂ ਵੀ ਮਤਲਬ ਇਸ ਜਿਹੜਾ ਦੁਨੀਆ ਦਾ ਸਭ ਤੋਂ ਅਮੀਰ ਮੁਲਕ ਜਿਹੜਾ ਹੈਗਾ, ਸਭ ਤੋਂ ਵੱਡੀ ਤਾਕਤ ਹੈਗੀ ਹੈ, ਉੱਥੇ ਜੋ ਮੈਂ ਮਹਿਸੂਸ ਕਰਦਾ ਉਹ ਮੈਂ ਇਸ ਸਿਆਲ ਵਿੱਚ ਥੋੜ੍ਹਾ ਜਿਹਾ ਛੋਟੀ ਜਿਹੀ ਕਵਿਤਾ ਹੈਗੀ ਹੈ। ਲੋੜੋਂ ਵੱਧ ਸਵੈਟਰ ਹਨ ਜੈਕਟਾਂ ਹਨ, ਲੋੜੋਂ ਵੱਧ ਸਵੈਟਰ ਹਨ ਜੈਕਟਾਂ ਹਨ, ਘਰ ਦੀਆਂ ਕਲੋਜ਼ਟਾਂ ਤੁੰਨੀਆਂ ਪਈਆਂ ਹਨ ਤੂੜੀ ਵਾਲੇ ਕੁੱਪਾਂ ਵਾਂਗ, ਕਾਰ ਵਿੱਚ ਕੰਮ ਤੇ ਲਗਾਤਾਰ ਹੀਟ ਚੱਲਦੀ ਹੈ, ਪਰ ਫਿਰ ਵੀ ਕਿਉਂ ਠੰਡ ਲੱਗਦੀ ਹੈ। ਵਾਹ, ਬਹੁਤ ਅੱਛਾ। ਠੰਡ ਲੱਗਦੀ ਹੈ ਜਦ ਮੈਂ ਸੋਚਣਾ ਉਹਨਾਂ ਬਾਰੇ ਜਿਨ੍ਹਾਂ ਕੋਲ ਛੱਤ ਨਹੀਂ, ਜਿਹੜੇ ਸੜਕਾਂ ਤੇ ਸੌਂਦੇ ਨੇ ਗੱਤਿਆਂ ਦੀ ਵੋਟ ਲੈ ਕੇ, ਸੌਣ ਦੀ ਕੋਸ਼ਿਸ਼ ਕਰਦੇ ਨੇ, ਬਹਾਨਾ ਕਰਦੇ ਹਨ ਪਰ ਨੀਂਦ ਤੋਂ ਵਾਂਝੇ ਰਹਿੰਦੇ ਹਨ। ਮੌਸਮ ਬਦਲੇਗਾ, ਸ਼ਹਿਰ ਦੇ ਅਧਿਕਾਰੀ ਤੇ ਮੀਡੀਆ ਸਰਗਰਮ ਹੋਵੇਗਾ, ਅੰਕੜੇ ਪੇਸ਼ ਕਰੇਗਾ, ਕਿੰਨੇ ਮਰੇ ਹਨ ਠੰਡ ਨਾਲ, ਕਿੰਨਾ ਮਾਰੂ ਰਿਹਾ ਇਸ ਵੇਰ ਸਿਆਲ। ਵਾਹ, ਬਹੁਤ ਅੱਛਾ। ਬਿਲਕੁਲ। ਸੋ ਉਹ ਜਿਹੜੇ ਸਮਾਜਿਕ ਕੰਸਰਨ ਦੀ ਅਸੀਂ ਗੱਲ ਕਰਦੇ ਹਾਂ, ਉਹ ਆ ਸਕਦਾ, ਇਦਾਂ ਨਹੀਂ ਕਿ ਉਹ ਨਹੀਂ ਆ ਸਕਦਾ। ਹਾਂ, ਇਸੇ ਕਵਿਤਾ ਬਾਰੇ ਮੈਂ ਦੋ ਲਾਈਨਾਂ ਇਹ ਕਹਿਣੀਆਂ ਚਾਹੁੰਦਾ ਕਿ ਜਿਸ ਤਰ੍ਹਾਂ ਇਹਨਾਂ ਦਾ ਉਧਰ ਦਾ ਅਨੁਭਵ ਸੀਗਾ ਤੇ ਉਹ ਇੱਧਰ ਆ ਕੇ ਜਦੋਂ ਸੁੱਖ ਸਹੂਲਤਾਂ ਮਾਣਦੇ ਹੋਏ ਵੀ ਕਿ ਉੱਥੇ ਉਹਨਾਂ ਵੇਲਿਆਂ ਜਿੰਨਾ ਗੱਡੀਆਂ 'ਚ ਹੀਟ ਹੁੰਦੀ ਸੀ, ਬਿਲਕੁਲ ਸਿਆਲ ਸੀਗਾ, ਘਰਾਂ 'ਚ ਇੱਕ ਹੀਟਰ ਜੇ ਮਿਲ ਜੇ ਕਿਸੇ ਕੋਲ ਪੈਸੇ ਹੈਗੇ ਤਾਂ, ਜਾਂ ਕੂਲਰਾਂ ਦੀ ਘਾਟ ਸੀਗੀ। ਹੁਣ ਜਦੋਂ ਇੱਧਰ ਆ ਕੇ ਸਾਰੀਆਂ ਸਹੂਲਤਾਂ ਮਿਲ ਵੀ ਗਈਆਂ ਆ, ਹੁਣ ਜਿਹੜਾ ਕਿ ਸੰਵੇਦਨਸ਼ੀਲ ਸ਼ਾਇਰ ਆ ਉਹਨੂੰ ਇਹਦੇ ਵਿੱਚ ਫਿਰ ਵੀ ਠੰਡ ਲੱਗ ਰਹੀ ਹੈ, ਇਸ ਹੀਟ ਦੇ ਵਿੱਚ ਫਿਰ ਵੀ ਠੰਡ ਲੱਗ ਰਹੀ। ਉਹ ਜਿਹੜੇ ਠੰਡ ਦਾ ਲੱਗਣਾ ਉਹ ਇੱਕ ਸ਼ਾਇਰ ਦਾ ਅੰਦਰੋਂ ਜ਼ਿੰਦਾ ਹੋਣ ਦਾ ਇੱਕ ਪ੍ਰਤੀਕ ਹੈ। ਸ਼ਾਇਦ ਇਹ ਇੱਕ ਸਰਪ੍ਰਾਈਜ਼ ਤੇ ਸਦਮਾ ਵੀ ਹੁੰਦਾ ਰਵਿੰਦਰ ਭਾਜੀ ਕਿ ਅਸੀਂ ਉੱਥੋਂ ਤੇ ਸੋਚਿਆ ਸੀ ਕਿ ਐਡਾ ਵੱਡਾ ਸਾਮਰਾਜ ਹੈ ਜਿੱਥੇ ਅਸੀਂ ਚੱਲੇ ਆ ਤੇ ਉੱਥੇ ਵੀ ਲੋਕ ਭੁੱਖੇ ਮਰਦੇ ਨੇ, ਉੱਥੇ ਵੀ ਲੋਕਾਂ ਕੋਲੇ ਰੋਟੀ ਹੈ ਨਹੀਂ, ਘਰ ਹੈ ਨਹੀਂ। ਕਦੀ ਵੀ ਨਹੀਂ ਸੋਚਿਆ ਸੀਗਾ। ਮਤਲਬ ਮੇਰਾ ਤਾਂ ਸਵਾਬ ਇਸ ਤਰ੍ਹਾਂ ਬਣਿਆ ਕਿ ਮੇਰੀ ਸਿਸਟਰ ਇੱਥੇ ਸੀਗੀ ਪਹਿਲਾਂ ਤੇ ਉਹਨਾਂ ਨੇ ਮੇਰਾ ਅਪਲਾਈ ਕੀਤਾ ਹੋਇਆ ਸੀ ਪਹਿਲਾਂ। ਕੁਦਰਤੀ ਉਹਨਾਂ ਦਿਨਾਂ 'ਚ ਦਿਨ ਵੀ ਕਾਲੇ ਸੀਗੇ, 84 'ਚ ਮੈਂ ਇੱਥੇ ਆਇਆ ਸੀਗਾ। ਪਰ ਤੁਹਾਨੂੰ ਪਹਿਲੀ ਆਫਰ 1972-73 ਚ ਆਈ ਸੀ ਸ਼ਾਇਦ? ਹਾਂ 10ਵੀਂ 'ਚ ਜਦੋਂ ਮੈਂ ਕੀਤੀ ਆ, ਉਦੋਂ ਜਦੋਂ ਤੁਸੀਂ ਆਖਿਆ ਸੀ ਨਹੀਂ ਮੈਂ ਨਹੀਂ ਇਸ ਮੁਲਕ 'ਚ ਆਉਣਾ, ਉਦੋਂ ਨਾ ਕਰਤੀ ਸੀ। ਹਾਂਜੀ ਤੇ ਫਿਰ ਆਉਣਾ ਪਿਆ। ਓਕੇ, ਹੁਣ ਇੱਕ ਸਵਾਲ ਜਿਹੜਾ ਮੇਰਾ ਪੁੱਠੇ ਪਾਸਿਓਂ ਆਉਂਦਾ ਤੁਹਾਡੇ ਕੋਲ, ਜਦੋਂ ਪੌਣਛਾਣ ਹੁੰਦੀ ਹੈ ਕਿਹਨੇ ਕਿੰਨਾ ਕੰਟਰੀਬਿਊਟ ਕੀਤਾ, ਇਹ ਗੱਲ ਇੱਕ ਪਾਸਿਓਂ ਤੇ ਮੰਨੀ ਜਾਂਦੀ ਹੈ ਕਿ ਨਕਸਲਵਾਦੀ ਦੌਰ ਦੇ ਵਿੱਚ ਅਧਿਆਪਕਾਂ ਤੋਂ ਲੈ ਕੇ ਵਿਦਿਆਰਥੀਆਂ ਤੇ ਇੰਨਾ ਤਸ਼ੱਦਦ ਹੋਇਆ ਕਿ ਪਿੰਡਾਂ 'ਚ ਤਾਂ ਖਾਸ ਤੌਰ ਤੇ ਮੂਵਮੈਂਟ ਜਿਹੜੀ ਸ਼ਹਿਰਾਂ ਵੱਲ ਨੂੰ ਹੋ ਗਈ ਤੇ ਪਿੰਡ ਖਾਲੀ ਹੋ ਗਏ ਤੇ ਸ਼ਾਇਦ ਅਗਲੀ ਲਹਿਰ ਵਾਸਤੇ ਜਗ੍ਹਾ ਬਣੀ। ਪਰ ਦੂਜੇ ਪਾਸਿਓਂ ਇਕੱਲੇ ਪਿੰਡਾਂ ਨਹੀਂ, ਸ਼ਹਿਰਾਂ 'ਚੋਂ ਵੀ ਖਾਲੀ ਹੋ ਕੇ ਲੋਕ ਵਿਦੇਸ਼ਾਂ ਵੱਲ ਨੂੰ ਆਏ ਨੇ। ਸੋ ਅੱਜ ਗੱਲ ਇਹ ਆਉਂਦੀ ਹੈ ਵੀ ਅੱਜ ਇੱਥੇ ਬੈਠਾ ਜੇ ਕੋਈ ਸਮਾਜਿਕ ਕੰਸਰਨ ਦੀ ਕਵਿਤਾ ਲਿਖਦਾ ਪੰਜਾਬ ਬਾਰੇ, ਤੁਹਾਡੇ ਵਾਂਗ ਜਾਂ
ਹੋਰ ਬਹੁਤ ਸਾਰੇ ਚੰਗੇ ਲੇਖਕਾਂ ਵਾਂਗ। ਤੁਹਾਨੂੰ ਸਵਾਲ ਇਹ ਆਉਂਦਾ ਵੀ ਆਪ ਤੇ ਰੱਜੇ ਬੈਠੇ ਹੋ ਤੇ ਦੂਜਿਆਂ ਦੇ ਉੱਤੇ ਤੁਸੀਂ ਤਾਂਜ਼ਾਂ ਕੱਸਦੇ ਹੋ, ਦੂਜਿਆਂ ਦੇ ਕਵਿਤਾ ਲਿਖ ਕੇ ਦਿਖਾਉਂਦੇ ਹੋ, ਹੁਣ ਤੁਹਾਨੂੰ ਕੀ ਫਰਕ ਪੈਂਦਾ ਆ? ਨਹੀਂ, ਗੱਲ ਅਸਲ ਯੋਗਦਾਨ ਕੀ ਹੈ ਹੁਣ ਲੈਫਟ ਦਾ? ਗੱਲ ਇਸ ਤਰ੍ਹਾਂ ਨਹੀਂ ਹੁੰਦੀ। ਗੱਲ ਤੁਸੀਂ ਜਿਹੜਾ ਕਵੀ ਹੁੰਦਾ ਨਾ ਜਾਂ ਸ਼ਾਇਰ ਹੁੰਦਾ ਜਿਹੜਾ ਹੈਗਾ, ਉਹ ਕਿਸੇ ਇੱਕ ਦਾਇਰੇ 'ਚ ਜਾਂ ਇੱਕ ਮੁਲਕ ਵਿੱਚ ਜਾਂ ਇੱਕ ਕਮਿਊਨਿਟੀ ਨਾਲ ਨਹੀਂ ਵੱਜਿਆ ਹੁੰਦਾ। ਉਹ ਹੁਣ ਜੇ ਉੱਥੇ ਬੈਠੇ ਲੋਕੀ ਫਲਸਤੀਨ ਬਾਰੇ, ਅਮਰੀਕਾ ਬਾਰੇ, ਕੋਲੰਬੀਆ ਬਾਰੇ, ਸਪੇਨ ਬਾਰੇ, ਲੋਰਕਾ ਬਾਰੇ ਉੱਥੇ ਪੰਜਾਬ 'ਚ ਬੈਠੇ ਲਿਖ ਸਕਦੇ ਨੇ, ਤੇ ਅਸੀਂ ਕਿਉਂ ਨਹੀਂ ਆਪਣੇ ਪੰਜਾਬ ਬਾਰੇ ਲਿਖ ਸਕਦੇ ਜਿਹੜੀਆਂ ਸਾਡੀਆਂ ਜੜ੍ਹਾਂ ਰਹੀਆਂ ਨੇ? ਹਾਂ, ਇਹ ਗੱਲ ਵੱਖਰੀ ਹੈਗੀ ਆ ਵੀ ਉੱਥੋਂ ਦੇ ਨਾਲੋਂ ਸਾਡੀਆਂ ਸਹੂਲਤਾਂ ਚੰਗੀਆਂ ਨੇ, ਪਰ ਅਸੀਂ ਇੱਥੇ ਸਹੂਲਤਾਂ ਬਣਾਈਆਂ ਕਿਵੇਂ ਨੇ? ਜਿੰਨਾ 'ਚ ਅਸੀਂ 16 ਘੰਟੇ ਇੱਕ ਰੋਜ਼ ਕੰਮ ਕਰਕੇ ਮਤਲਬ ਇੱਥੇ ਆਪਣੀ ਜਾਨਾਂ ਤੋੜ ਕੇ ਕੀਤਾ, ਇੱਥੇ ਹਰ ਗੱਲ ਤੇ ਪਹੁੰਚੇ, ਔਰ ਫਿਰ ਵੀ ਅਸੀਂ ਆਪਣੇ ਪੰਜਾਬ ਨੂੰ ਨਹੀਂ ਭੁੱਲੇ, ਫਿਰ ਵੀ ਆਪਣੇ ਜੜ੍ਹਾਂ ਨੂੰ ਨਹੀਂ ਭੁੱਲੇ। ਅਸੀਂ ਜੇ ਉੱਥੋਂ ਦਾ ਜ਼ਿਕਰ ਕਰਦੇ ਹਾਂ ਤਾਂ ਮੇਰਾ ਕੋਲ 'ਚ ਕੋਈ ਮਾੜੀ ਗੱਲ ਨਹੀਂ ਹੈ, ਕੋਈ ਹੀਰਵਾ ਨਹੀਂ ਸਾਡਾ। ਇਹ ਅਹਿਸਾਸ ਹੈਗਾ, ਅਹਿਸਾਸ ਤੁਹਾਡਾ ਕਿਤੇ ਵੀ ਜਾ ਸਕਦਾ। ਹੁਣ ਜਿੱਦਾਂ ਮੇਰੇ ਫਲਸਤੀਨੀ ਕੁੜੀ ਬਾਰੇ ਹੈਗਾ, ਹੋਰ ਆਪਣੇ ਕਈ ਮੁਲਕਾਂ ਬਾਰੇ ਜਿਹੜੀ ਹੈਗੀਆਂ ਕਵਿਤਾਵਾਂ ਜਿਹੜੀਆਂ ਹੈਗੀਆਂ, ਤੇ ਖਾਸ ਕਰਕੇ ਜ਼ਿਆਦੀਆਂ ਮੇਰੀਆਂ ਕਵਿਤਾਵਾਂ ਇੱਥੋਂ ਬਾਰੇ ਨਹੀਂ ਜ਼ਿਆਦਾ, ਕਿਉਂਕਿ ਹੁਣ ਅਸੀਂ ਇੱਥੇ ਰਹਿੰਦੇ ਹਾਂ, ਸਾਡੇ ਕੰਸਰਨ ਜ਼ਿਆਦਾ ਇੱਥੋਂ ਦੇ ਨਾਲ ਰੋਜ਼ਾਨਾ ਜੋ ਵਿਚਰਦਾ ਵਾਪਰਦਾ ਇੱਥੇ ਦੇਣਾ ਪੈਂਦਾ। ਪਰ ਫਿਰ ਵੀ ਅਸੀਂ ਕਿਉਂ ਨਹੀਂ ਲਿਖ ਸਕਦੇ? ਜੇ ਉਹ ਬੈਠੇ ਲਿਖ ਸਕਦੇ ਦੁਨੀਆ ਬਾਰੇ ਕਵਿਤਾਵਾਂ, ਉੱਥੇ ਦੇ ਬੈਠੇ ਲੋਕੀ, ਤਾਂ ਅਸੀਂ ਕਿਉਂ ਨਹੀਂ ਲਿਖ ਸਕਦੇ? ਸਾਡੇ ਲਈ ਤਾਂ ਉਹ ਵੀ ਇੱਕ ਦੁਨੀਆ ਹੀ ਹੈਗੀ ਆ। ਇਹ ਇੰਟਰਸਟਿੰਗ ਟੇਕ ਹੈ ਜਿਹੜਾ ਰਵਿੰਦਰ ਭਾਜੀ ਇਹ ਸਵਾਲ ਪਾ ਰਹੇ ਨੇ ਕਿ ਅਸੀਂ ਕਿਉਂ ਨਹੀਂ ਲਿਖ ਸਕਦੇ। ਸੋਲ ਸਾਹਿਬ, ਤੁਹਾਨੂੰ ਲੱਗਦਾ ਹੈ ਕਿ ਆਮ ਤੌਰ ਤੇ ਸਵਾਲ ਹਮੇਸ਼ਾ ਜਿਹੜਾ ਉੱਠਦਾ ਆ ਉਹ NRI ਕਵੀਆਂ, NRI ਲੇਖਕਾਂ ਦੇ ਉੱਠਦਾ ਵੀ ਇਹ ਪੈਸੇ ਨਾਲ ਛਾਪ ਜਾਂਦੇ ਨੇ ਜਾਂ ਇਹ ਉੱਥੇ ਬੈਠੇ ਜੋ ਮਰਜ਼ੀ ਕਰ ਲੈਂਦੇ ਨੇ, ਤੇ ਮਤਲਬ ਇੱਕ ਤਰ੍ਹਾਂ ਨਾਲ ਥੋੜਾ ਜਗੀਰੂ ਸੋਚ ਵਾਲਾ ਜਿਹੜਾ ਆ ਉਹ ਦਾਅਵਾ ਕੀਤਾ ਜਾਂਦਾ ਹੈ ਕਿ ਜਿਹੜਾ ਪੰਜਾਬ 'ਚ ਬੈਠਾ ਉਹੀ ਪੰਜਾਬ ਨੂੰ ਸਮਝ ਕੇ ਲਿਖ ਸਕਦਾ ਆ। ਨਹੀਂ, ਐਸੀ ਗੱਲ ਨਹੀਂ। ਇਹ ਕੁਛ ਹੱਦ ਤੱਕ ਗੱਲ ਠੀਕ ਵੀ ਹੈ ਕਿ ਪੈਸੇ ਦੇ ਜ਼ੋਰ ਤੇ ਇਧਰੋਂ ਲੋਕ ਕਿਤਾਬਾਂ ਆਪਣੀਆਂ ਛਪਵਾਉਂਦੇ ਵੀ ਆ, ਉਧਰ ਜਾ ਕੇ ਫੰਕਸ਼ਨ ਕਰਕੇ ਚਰਚਾ ਵੀ ਕਰਵਾਉਂਦੇ ਆ, ਉਹ ਵੀ ਇੱਕ ਪੱਖ ਹੈਗਾ। ਪਰ ਇੱਕ ਵੱਡੀ ਗੱਲ ਇਹ ਹੈ ਕਿ ਜਿਹੜੀ ਅੱਜ ਦੀ ਬਾਹਰਲੀ ਕਵਿਤਾ ਉਹ ਇੱਕ ਦੌਰ ਪਿੱਛੇ ਲੰਘ ਗਿਆ ਜਦੋਂ ਭੂ ਹੇਰਵੇ ਦਾ ਦੌਰ ਸੀਗਾ। ਅੱਜ ਅਸੀਂ ਇੱਥੇ ਬੈਠੇ ਆਪਣੀਆਂ ਇੱਥੇ ਦੀਆਂ ਸਮੱਸਿਆਵਾਂ ਬਾਰੇ ਵੀ ਕਵਿਤਾਵਾਂ ਲਿਖਦੇ ਹਾਂ, ਔਰ ਉਹਨੂੰ ਫੋਕਸ ਕਰਕੇ ਵੀ ਲਿਖਦੇ ਆ, ਪਰ ਨਾਲ ਜਿੱਦਾਂ ਦੁਨੀਆ ਦੇ ਵਿੱਚ ਬਾਕੀ ਸਾਰਾ ਕੁਝ ਹੋ ਰਿਹਾ, ਜਿਵੇਂ ਰਵਿੰਦਰ ਭਾ ਹੁਣਾਂ ਨੇ ਦੱਸਿਆ, ਤੇ ਉਦਾਂ ਵੀ ਉਹ ਕਵਿਤਾ ਜੇ ਅਸੀਂ ਇੱਥੇ ਬੈਠ ਕੇ ਪੰਜਾਬ ਦੇ ਵਿੱਚ ਖੁਦਕੁਸ਼ੀ ਕਰਦੇ ਕਿਸਾਨ ਦਾ ਦੁੱਖ ਲਿਖਦੇ ਆ ਤੇ ਉਹ ਸਾਨੂੰ ਲਿਖਣਾ ਵੀ ਚਾਹੀਦਾ। ਪਰ ਜੇ ਅਸੀਂ ਉਹ ਤੜਫੀ ਜਾਈਏ ਵੀ ਹਾਏ ਅਸੀਂ ਵਾਪਸ ਜਾਣਾ, ਪਰ ਅਸੀਂ ਜਾਂਦੇ ਵੀ ਨਹੀਂ, ਇਹ ਸਾਡਾ ਦੋਗਲਾਪਨ ਹੈ, ਇਹ ਝੂਠ ਹੈ, ਇਹ ਸਾਡਾ ਝੂਠ ਹੈ, ਕਿਉਂਕਿ ਇੱਥੋਂ ਅਸੀਂ ਆ ਗਏ ਹਾਂ, ਹੁਣ ਅਸੀਂ ਜਾਣਾ ਨਹੀਂ, ਇਹ ਸਾਡਾ ਮੁਲਕ ਹੈ। ਪਰ ਜਿੱਦਾਂ ਬਾਕੀ ਦੁਨੀਆ 'ਚ ਦੁੱਖ ਤਕਲੀਫਾਂ ਦੇ ਉੱਤੇ ਅਸੀਂ ਕਵਿਤਾ ਲਿਖਦੇ ਹਾਂ, ਤਾਂ ਪੰਜਾਬ ਦੇ ਵਿੱਚ ਜਦੋਂ ਵੀ ਕੁਝ ਹੁੰਦਾ ਤੇ ਸਾਨੂੰ ਦਰਦ ਜ਼ਰੂਰ ਮਹਿਸੂਸ ਹੁੰਦਾ, ਔਰ ਲਿਖਣਾ ਵੀ ਚਾਹੀਦਾ। ਤੇ ਇਸ ਗੱਲੇ ਕਿੰਨਾ ਦਰਦ ਮਹਿਸੂਸ ਹੁੰਦਾ ਜੋ ਕਿਹਾ ਜਾਂਦਾ ਵੀ ਇਹ ਤੇ NRI ਕਵੀ ਆ? ਨਹੀਂ, ਉਦੋਂ ਵੀ ਅਸੀਂ ਇਹ ਹੁਣ ਕੋਸ਼ਿਸ਼ ਕਰਦੇ ਵੀ ਸਾਨੂੰ ਵੀ ਜਿਹੜੀ ਉਹ ਮੁੱਖ ਧਾਰਾ ਦੀ ਕਵਿਤਾ ਹੈ ਉਹਦੇ ਕਵੀ ਮੰਨਿਆ ਜਾਵੇ, ਸਾਨੂੰ ਪ੍ਰਵਾਸੀ ਕਵੀ ਜਾਂ ਦੂਜੇ ਇਦਾਂ ਦੇ ਸਾਡੇ ਤੋਂ ਜਿਹੜੇ ਇਹਨਾਂ ਲਕਬਿਆ ਹਿਲਾ ਦਿੱਤੇ। ਸੋ ਇਹਦੇ ਤੇ ਥੋੜੀ ਜਿਹੀ ਗੱਲਬਾਤ ਹੋਰ ਡਿਟੇਲ 'ਚ ਜ਼ਰੂਰ ਕਰਾਂਗੇ ਕਿ ਇਹ ਪਾੜਾ ਕਿਉਂ ਹੋ ਰਿਹਾ ਆ। ਪੰਜਾਬ ਤੇ ਪੰਜਾਬ ਹੈ, ਲੋਕਾਂ ਨੇ ਤਾਂ ਇਹ ਕਿਹਾ ਵੀ ਪੰਜਾਬ ਹੁਣ ਵੱਡਾ ਹੋ ਗਿਆ ਆ, ਪੂਰੀ ਦੁਨੀਆ 'ਚ ਫੈਲ ਗਿਆ ਉਸ ਇੱਕ ਨਿੱਕੇ ਜਿਹੇ ਜੋਗਰਾਫੀਏ ਤੋਂ ਵੱਧ ਕੇ, ਤਾਂ ਫਿਰ ਇਹ ਪਾੜਾ ਜਾਂ ਇਹ ਡਿਫਰੈਂਸ਼ੀਏਸ਼ਨ ਕਿਉਂ ਆ? ਅੱਜ ਦੇ ਐਪੀਸੋਡ 'ਚ ਇੰਨੀ ਜਗ੍ਹਾ ਨਹੀਂ ਹੈ, ਪਰ ਅਸੀਂ ਲਗਾਤਾਰ ਕੱਲ੍ਹ ਤੁਹਾਨੂੰ ਇਹ ਚਰਚਾ ਜਾਰੀ ਰੱਖ ਕੇ ਦਿਖਾਵਾਂਗੇ ਕਿ ਹੋਰ ਸਾਡੇ ਮਹਿਮਾਨਾਂ ਨੇ ਕੀ ਕੁਝ ਕਹਿਣਾ ਆ। ਥੋੜੀ ਜਿਹੀ ਕਵਿਤਾ ਦੀ ਗੱਲ ਵੀ ਹੋਏਗੀ, ਥੋੜੀ ਜਿਹੀ ਸਮਾਜ ਦੀ ਗੱਲ ਵੀ ਹੋਏਗੀ। ਕੱਲ੍ਹ ਨੂੰ ਫਿਰ ਮਿਲਦੇ ਹਾਂ।